ਹੈਲੋ ਸਟੂਡੈਂਟਸ, ਮੈਂ ਗਵਰਨਮੈਂਟ ITI ਵੂਮੈਨ ਜਲੰਧਰ ਤੋਂ। ਅੱਜ ਦਾ ਸਾਡਾ ਜਿਹੜਾ ਪ੍ਰੈਕਟੀਕਲ ਹੈ ਉਹ ਹੈ ਮਦਰਬੋਰਡ ਦੇ ਪਾਰਟਸ ਨੂੰ ਕਿੱਦਾਂ ਆਇਡੈਂਟੀਫਾਈ ਕਰਨਾ ਹੈ। ਮਦਰਬੋਰਡ ਜਿਹੜਾ ਕਿ ਸਰਕਟ ਬੋਰਡ ਵੀ ਜਿਹਨੂੰ ਕਿਹਾ ਜਾਂਦਾ ਹੈ, ਜਿਹੜਾ ਇੱਕ ਕੰਪਿਊਟਰ ਦੇ ਅੰਦਰ ਲੱਗਾ ਹੁੰਦਾ ਹੈ। ਡਿਫਰੈਂਟ ਮੈਨੂਫੈਕਚਰਰਸ ਦੇ ਨਾਂ ਇਹ ਮਦਰਬੋਰਡਸ ਆਉਂਦੇ ਨੇ। AMD ਦੇ ਵੀ ਆਉਂਦੇ ਨੇ, ਕੁਛ ਇੰਟਲਸ ਦੇ ਵੀ ਆਉਂਦੇ ਨੇ। ਆਪਾਂ ਅੱਜ ਇਹਨਾਂ ਦੇ ਪਾਰਟਸ ਦੀ ਪਹਿਚਾਣ ਕਰਾਂਗੇ ਕਿ ਮਦਰਬੋਰਡਸ ਜਿਹੜਾ ਹੈ ਉਹਦੇ ਇੰਟਰਨਲ ਪਾਰਟਸ ਕਿਹੜੇ-ਕਿਹੜੇ ਨੇ। ਸੋ ਲੈਟਸ ਸਟਾਰਟ ਵਿਦ ਦੈਟ। ਸਭ ਤੋਂ ਪਹਿਲਾਂ ਇਹ ਜਿਹੜਾ ਸਰਕਟ ਬੋਰਡ ਤੁਹਾਨੂੰ ਸਕੇਅਰ ਵਿੱਚ ਇਹ ਮੈਂ ਡਿਸੈਂਬਲ ਕੀਤਾ ਹੋਇਆ ਹੈ, ਬਾਹਰ ਕੱਢ ਕੇ ਰੱਖਿਆ ਹੋਇਆ ਹੈ। ਅਦਰਵਾਈਜ਼ ਇਹ ਇੱਕ ਕੈਬਨਿਟ ਦੇ ਵਿੱਚ ਫਿੱਟ ਹੁੰਦਾ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਕੁਝ ਕੰਪੋਨੈਂਟਸ ਇਲੈਕਟ੍ਰੋਨਿਕਸ ਔਰ ਕੁਝ ਡਿਜੀਟਲ ਕੰਪੋਨੈਂਟਸ ਲੱਗੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕਿ ਅੱਜ ਸਟੈਪ ਬਾਈ ਸਟੈਪ ਸਾਰਿਆਂ ਨੂੰ ਰੈਕੋਗਨਾਈਜ਼ ਕਰਾਂਗੇ। ਸੋ ਨੰਬਰ 1, these are the peripherals part. Peripherals part means कि और इनपुट आउटपुट डिवाइसेस। इनपुट आउटपुट डिवाइसेस मीन ਜਿਹੜੇ ਕਿ ਤੁਹਾਡੇ ਕੰਪਿਊਟਰ ਦੇ ਚੈਸੀ ਤੋਂ ਤੁਹਾਨੂੰ ਬਾਹਰ ਨਜ਼ਰ ਆਉਂਦੇ ਨੇ। ਔਰ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਹਿਚਾਨ ਕਰੀਏ। ਸੋ ਦਿਸ ਵਨ ਇਜ਼ ਨੰਬਰ 1। ਇੱਥੇ ਸਭ ਤੋਂ ਪਹਿਲਾਂ ਸਾਡੇ ਕੋਲ PS2 ਜਿਹੜੇ ਕਨੈਕਸ਼ਨ ਨੇ ਉਹ ਨਜ਼ਰ ਆ ਰਹੇ ਨੇ। PS2 ਗ੍ਰੀਨ ਜਿਹੜਾ ਹੈ ਇੰਡੀਕੇਟ ਕਰਦਾ ਹੈ ਕਿ ਇਹ ਸਾਡੇ ਮਾਊਸ ਲਈ ਹੈ, ਔਰ ਜਿਹੜਾ ਵਾਇਲਟ ਹੈ ਦੈਟ ਇੰਡੀਕੇਟਸ ਕਿ ਇਹ ਸਾਡੇ ਕੀਬੋਰਡ ਲਈ ਹੈ। ਕਈ ਮਦਰਬੋਰਡਸ ਦੇ ਵਿੱਚ ਤੁਹਾਨੂੰ ਇਹ ਸਿੰਗਲ ਸਲੋਟ ਹੀ ਮਿਲਦਾ ਹੈ PS2 ਦਾ। ਦਿਸ ਇਜ਼ ਆਈਦਰ ਫੋਰ, ਜਾਂ ਤਾਂ ਤੁਸੀਂ ਉਹਦੇ ਨਾਲ ਕੀਬੋਰਡ ਕਨੈਕਟ ਕਰ ਲਓ ਜਾਂ ਫਿਰ ਤੁਸੀਂ ਉਹਦੇ ਨਾਲ ਮਾਊਸ ਵੀ ਕਨੈਕਟ ਕਰ ਸਕਦੇ ਹੋ। ਬਟ ਅੱਜ ਕੱਲ੍ਹ ਜਿਹੜੇ ਲੇਟੈਸਟ ਮਦਰਬੋਰਡ ਆ ਰਹੇ ਨੇ ਉਹਨਾਂ ਦੇ ਵਿੱਚ USB ਸਲੋਟ ਆ ਗਏ ਨੇ ਸਾਰੇ। USB ਯੂਨੀਵਰਸਲ ਸੀਰੀਅਲ ਬੱਸ ਵਾਲੇ। ਦੀਜ਼ ਆਰ ਜਿੱਦਾਂ ਸਿੱਧੇ ਹੀ ਪਲੱਗ ਐਂਡ ਪਲੇ ਨੇ। ਪਲੱਗ ਐਂਡ ਪਲੇ ਇਨ ਦਾ ਸੈਂਸ ਕਿ ਤੁਸੀਂ ਕਹਿ ਸਕਦੇ ਹੋ ਕਿ ਅਗਰ ਸਿਸਟਮ ਔਨ ਵੀ ਹੈ ਉਹਨੂੰ ਆਫ ਕਰਨ ਦੀ ਜ਼ਰੂਰਤ ਨਹੀਂ ਹੈ। ਯੂ ਕੈਨ ਡਾਇਰੈਕਟਲੀ ਪਲੱਗ ਇਨਟੂ ਇਟ। ਤੁਸੀਂ ਸਿੱਧਾ ਹੀ ਉਹਨੂੰ ਕੰਪਿਊਟਰ ਤੇ ਚੱਲਦੇ ਹੋਏ ਲਗਾ ਸਕਦੇ ਹੋ ਔਰ ਉਹਨੂੰ ਕੱਢ ਵੀ ਸਕਦੇ ਹੋ। ਬਟ ਇਨ ਕੇਸ ਆਫ PS2 ਦੇ ਵਿੱਚ ਜਿਹੜਾ ਹੈ ਇਹ ਪਲੱਗ ਐਂਡ ਪਲੇ ਨਹੀਂ ਹੁੰਦੇ। ਅਗਰ ਤੁਸੀਂ ਕੀਬੋਰਡ ਮਾਊਸ ਇਸ ਕਨੈਕਟਰ ਦੇ ਉੱਤੇ ਲਗਾਉਂਦੇ ਹੋ ਤੇ ਤੁਹਾਨੂੰ ਹੋ ਸਕਦਾ ਹੈ ਸ਼ਾਇਦ ਇੱਕ ਵਾਰ PC ਨੂੰ ਜਿਹੜਾ ਹੈ ਉਹ ਰੀਸਟਾਰਟ ਕਰਨਾ ਪਵੇ। The second one is, this one is the some parallel port or serial port. Parallel port ਜਿਹੜਾ ਹੁੰਦਾ ਹੈ ਇਹ ਤੁਹਾਡੇ ਮੋਸਟ ਪ੍ਰੋਬੇਬਲੀ ਜਿਹੜੇ ਪਹਿਲਾਂ ਪ੍ਰਿੰਟਰਸ ਆਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਇਹ ਕਨੈਕਟ ਹੁੰਦਾ ਹੈ। ਪੈਰਲਲ ਪੋਰਟ ਜਿਹੜਾ ਸੀਰੀਅਲ ਪੋਰਟ ਸੀਗਾ ਨੋਏਡੇਜ਼ ਅੱਜ ਕੱਲ੍ਹ ਤਾਂ ਖਤਮ ਹੋ ਗਿਆ ਹੈ। ਪਹਿਲਾਂ ਜਿਹੜਾ ਸੀਰੀਅਲ ਪੋਰਟ ਹੁੰਦਾ ਸੀ ਉਹ ਮੋਸਟ ਪ੍ਰੋਬੇਬਲੀ ਮਾਊਸ ਲਈ ਯੂਜ਼ ਕੀਤਾ ਜਾਂਦਾ ਸੀ। ਸੀਰੀਅਲ ਮੀਨ ਤੁਸੀਂ ਸਮਝ ਸਕਦੇ ਹੋ ਸੀਰੀਜ਼ ਕਮਿਊਨੀਕੇਸ਼ਨ ਵੀ ਸੀਰੀਜ਼ ਦੇ ਵਿੱਚ। ਪੈਰਲਲ ਮੀਨਸ ਪੈਰਲਲ ਮੀਨਸ ਵੰਸ ਯੂ ਕੈਨ ਸੇ ਕਿ ਜਿੱਦਾਂ ਅਗਰ ਇਕੱਠੇ ਦੇ ਇਕੱਠੇ ਬੱਚੇ ਰਨਿੰਗ ਕਰ ਰਹੇ ਨੇ ਤਾਂ ਪੈਰਲਲ। ਸੀਰੀਜ਼ ਮੀਨ ਅਗਰ ਕੋਈ ਇੱਕ ਬੰਦਾ ਪਹਿਲਾਂ ਕਿ ਦੂਜੇ ਨੂੰ ਦਿੰਦਾ ਹੈ, ਦੂਜਾ ਫਿਰ ਤੀਜੇ ਨੂੰ ਦਿੰਦਾ ਹੈ, ਤੀਜਾ ਫਿਰ ਚੌਥੇ ਨੂੰ ਦਿੰਦਾ ਹੈ, ਦੈਟ ਕਮਸ ਟੂ ਦ ਸੀਰੀਜ਼। ਸੋ ਕਮਿਊਨੀਕੇਸ਼ਨ ਜਿਹੜੀ ਹੈ ਇਹਨਾਂ ਦੇ ਵਿੱਚ ਵੀ ਸੀਰੀਜ਼ ਔਰ ਪੈਰਲਲ ਦੇ ਵਿੱਚ ਸਿਮਿਲਰਲੀ ਵਰਕ ਕਰਦੀ ਹੈ। ਨੈਕਸਟ ਜਿਹੜਾ ਸਾਡਾ ਹੈ ਬਲੂ ਕਲਰ ਦਾ, ਇਹ ਜਿਹੜਾ ਹੈ VGA ਦਾ ਕੇਬਲ ਦੇ ਲਈ ਹੈ। ਅੱਜ ਕੱਲ੍ਹ HDMI ਕੇਬਲ ਵੀ ਆ ਗਏ ਨੇ, DVI ਐਕਸਪੋਰਟ ਵੀ ਆ ਗਏ ਨੇ, ਜਿਹੜੇ ਕਿ ਹੈਵੀ ਗ੍ਰਾਫਿਕਸ ਦਾ ਅਗਰ ਇੰਟਰਫੇਸ ਵਗੈਰਾ ਯੂਜ਼ ਕਰਨਾ ਹੋਵੇ ਤਾਂ। ਸੋ ਬਲੂ ਵਨ ਇਜ਼ ਫੋਰ ਦਾ VGA ਕੇਬਲ, ਕਿ ਜਿਹੜਾ VGA ਦਾ ਕੇਬਲ ਹੈ ਤੁਸੀਂ ਉਹਦਾ ਕਨੈਕਟਰ ਇੱਥੇ ਲਗਾ ਸਕਦੇ ਹੋ। ਵਨ ਥਿੰਗ ਆਲਵੇਜ਼ ਕੀਪ ਇਨ ਮਾਈਂਡ ਕਿ ਕੰਪਿਊਟਰ ਦੇ ਕੰਪੋਨੈਂਟਸ ਜਾਂ ਜਿਹੜੇ ਵੀ ਕੋਈ ਕਨੈਕਟਰਸ ਨੇ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਹਰੇਕ ਦੇ ਵਿੱਚ ਇੱਕ ਸਾਈਡ ਤੇ ਕੋਈ ਰਾਊਂਡ ਸ਼ੇਪ ਹੋਏਗੀ ਜਾਂ ਦੂਜੀ ਸਾਈਡ ਤੇ ਫਲੈਟ ਹੋਏਗਾ। ਸੋ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਕੋਈ ਵੀ ਜਿਹੜਾ ਕਨੈਕਟਰ ਹੈ ਉਹ ਕੋਈ ਵੀ ਉਲਟਾ ਨਹੀਂ ਲੱਗ ਸਕਦਾ। ਸੋ ਤੁਹਾਨੂੰ ਉਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਕੋਈ ਵੀ ਜਿਹੜਾ ਕਨੈਕਟਰ ਹੈ ਵੀ ਤੁਸੀਂ ਉਹਨੂੰ ਗਲਤਲੀ ਫੋਰਸਲੀ ਉਹਨੂੰ ਉਲਟ ਲਗਾ ਦੋਗੇ। ਇਟ ਡਜ਼ਨਟ ਲਾਈਕ ਦੈਟ। ਸੋ ਜਿਹੜਾ ਵੀ ਤੁਸੀਂ ਕਨੈਕਟਰ ਹੈ ਵੰਸ ਅਗਰ ਉਹਨੂੰ ਤੁਸੀਂ ਦੇਖੋਗੇ, ਉਹਦੀ ਸ਼ੇਪ ਨੂੰ ਦੇਖੋਗੇ, ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ ਕਿ ਕਿਸੇ ਵੀ ਕਨੈਕਟਰ ਨੂੰ ਆਪਾਂ ਕਿੱਦਾਂ ਲਗਾਉਣਾ ਹੈ। ਸੋ ਕੁਝ USB ਪੋਰਟ ਜਿਹੜੇ ਨੇ ਉਹ ਬੈਕਐਂਡ ਦੇ ਉੱਤੇ ਹੁੰਦੇ ਨੇ। USB ਯੂਨੀਵਰਸਲ ਸੀਰੀਅਲ ਬੱਸ। ਜਿੰਨੇ ਵੀ ਇਹ ਪੋਰਟਸ ਵਗੈਰਾ ਨੇ, ਪੈਰੀਫਿਰਲਸ ਨੇ, ਇਹ ਸਾਰੇ ਸਾਡੇ ਕੰਪਿਊਟਰਸ ਦੇ ਕੋਈ ਮੋਨੀਟਰ, ਕੋਈ ਕੀਬੋਰਡ ਜਾਂ ਕਿਸੇ ਪ੍ਰਿੰਟਰ ਦੇ ਨਾਲ ਇੰਟਰੈਕਟ ਕਰਦੇ ਨੇ, ਕਮਿਊਨੀਕੇਟ ਕਰਦੇ ਨੇ। ਜਿਹੜੀ ਉਹਨਾਂ ਦੀ ਕਨੈਕਟੀਵਿਟੀ ਹੈ ਉਹਨਾਂ ਦੀ ਆਪਾਂ ਇਹਨਾਂ ਪੋਰਟਸ ਦੇ ਉੱਪਰ ਕਰਦੇ ਹਾਂ। ਸੋ ਨੈਕਸਟ ਇਜ਼
ਈਥਰਨੈਟ ਪੋਰਟ ਇਜ਼ ਯੂਜ਼ਡ ਫॉर द ਸਵਿਚਿੰਗ ਪਰਪਸ। ਅਗਰ ਨੈਟਵਰਕ ਪਰਪਸ ਦੇ ਲਈ ਤੁਸੀਂ ਯੂਜ਼ ਕਰਨਾ ਹੈ, ਕਿਸੇ ਦੋ ਕੰਪਿਊਟਰ ਦੇ ਵਿੱਚ ਤੁਸੀਂ ਆਪਣੀ ਸ਼ੇਅਰਿੰਗ ਵਗੈਰਾ ਕਰਨੀ ਹੈ, ਤੇ ਇਹਦੇ ਵਿੱਚ ਈਥਰਨੈਟ ਪੋਰਟ ਆਉਂਦੇ ਨੇ। ਉਹ ਈਥਰਨੈਟ ਜਿਹੜੇ ਪੋਰਟ ਨੇ ਉਹ ਇਹਦੇ ਵਿੱਚ ਲੱਗਦਾ ਹੈ, RJ45 ਕਨੈਕਟਰ ਲੱਗਦਾ ਹੈ। ਸੋ ਦ ਨੈਕਸਟ ਵਨ ਇਜ਼ ਸਾਊਂਡ ਦੇ ਜਿਹੜੇ ਨੇ, ਇਹ ਸਾਊਂਡ ਦੇ ਕੁਝ ਪੋਰਟਸ ਵਗੈਰਾ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ। ਇਹਦੇ ਵਿੱਚ ਆਕਸਿਲਰੀ ਹੈ, ਮਾਈਕ ਇਨ ਵਾਲਾ ਹੈ। ਜੇ ਅਗਰ ਤੁਸੀਂ ਮਾਈਕ ਇਨ ਲਗਾਉਣਾ ਹੈ ਜਾਂ ਸਪੀਕਰ ਦੀ ਆਊਟਪੁੱਟ ਲੈਣੀ ਹੈ ਜਾਂ ਆਪਣੇ ਹੈਡਫੋਨਸ ਵਗੈਰਾ ਅਟੈਚ ਕਰਨੇ ਨੇ, ਉਹ ਤੁਸੀਂ ਇੱਥੇ ਅਟੈਚ ਕਰ ਸਕਦੇ ਹੋ ਇਹਨਾਂ ਪੋਰਟਸ ਦੇ ਉੱਪਰ। ਦੈਨ ਨੈਕਸਟ ਮੇਨ ਜਿਹੜਾ ਮਦਰਬੋਰਡ ਦਾ ਹੈ ਉਹ ਹੈ CPU ਇਜ਼ ਕਾਲਡ ਸੈਂਟਰਲ ਪ੍ਰੋਸੈਸ ਯੂਨਿਟ। ਜਿਹੜਾ ਮੇਨ ਮਦਰਬੋਰਡ ਦਾ ਇੱਕ ਪ੍ਰੋਸੈਸਰ ਹੁੰਦਾ ਹੈ ਜਿਹੜਾ ਐਕਟ ਐਜ਼ ਏ ਬ੍ਰੇਨ ਕਰਦਾ ਹੈ, ਉਹ ਮਦਰਬੋਰਡ ਦੇ ਵਿੱਚ ਇੱਕ ਉੱਪਰ ਉਹਦੇ ਹੀਟ ਸਿੰਕ ਲੱਗੀ ਹੈ, ਹੀਟ ਸਿੰਕ ਦੇ ਉੱਪਰ ਇੱਕ ਫੈਨ ਲੱਗਾ ਹੈ, ਇਹਦੇ ਸਾਈਡਸ ਤੇ 4 ਸਕਰਿਊਜ਼ ਲੱਗੇ ਨੇ। ਅਗਰ ਆਪਾਂ ਇਹਨਾਂ ਨੂੰ ਅਨਸਕਰਿਊ ਕਰ ਦਈਏ, ਹਾਰਡਲੀ ਇਟ ਵਿਲ ਟੇਕ 5 ਮਿੰਟਸ। ਸੋ ਜਦੋਂ ਵੀ ਇਹਨੂੰ ਲੂਜ਼ ਕਰਨਾ ਹੈ, ਆਲਵੇਜ਼ ਕੀਪ ਇਨ ਮਾਈਂਡ ਇਹਨੂੰ ਹਮੇਸ਼ਾ ਪੈਰਲਲੀ ਹੀ ਸਾਰੇ ਆਹਿਸਤਾ ਆਹਿਸਤਾ ਆਪਾਂ ਕਨੈਕਸ਼ਨ ਜਿਹੜੇ ਨੇ ਉਹ ਲੂਜ਼ ਕਰਨੇ ਨੇ। ਜਿਹੜੀ ਇਹ ਹੀਟ ਸਿੰਕ ਹੈ, ਐਕਚੁਅਲੀ ਪ੍ਰੋਸੈਸਰ ਜਿਹੜਾ ਹੈ, ਇਟ ਰਨਸ ਮਿਲੀਅਨ ਟ੍ਰਿਲੀਅਨ ਇੰਸਟਰਕਸ਼ਨਸ ਐਟ ਏ ਟਾਈਮ। ਇਹ ਬਹੁਤ ਜ਼ਿਆਦਾ ਜਿਹੜੀਆਂ ਕੈਲਕੂਲੇਸ਼ਨਸ ਨੇ ਜਾਂ ਕੁਝ ਇੰਸਟਰਕਸ਼ਨਸ ਫੈਚ ਕਰਦਾ ਹੈ ਜਾਂ ਕੋਈ ਡਾਟਾ ਹੈ, ਕੁਝ ਵੀ ਹੈ ਜਿਹੜੀਆਂ ਉਹਨੂੰ ਕਰ ਰਿਹਾ ਹੈ, ਉਹਦੇ ਕਰਕੇ ਇਹਦੇ ਵਿੱਚ ਜਿਹੜੀ ਹੀਟ ਹੈ ਉਹ ਬਹੁਤ ਜ਼ਿਆਦਾ ਪੈਦਾ ਹੁੰਦੀ ਹੈ। ਸੋ ਉਸ ਹੀਟ ਨੂੰ ਡਿਸੀਪੇਟ ਕਰਨ ਦੇ ਲਈ ਆਪਾਂ ਇਹਦੇ ਉੱਪਰ ਇੱਕ ਹੀਟ ਸਿੰਕ ਦਾ ਪ੍ਰਯੋਗ ਕਰਦੇ ਹਾਂ, ਔਰ ਉਸ ਹੀਟ ਨੂੰ ਇਹ ਜਿਹੜਾ ਐਲੂਮੀਨੀਅਮ ਹੈ ਉਹ ਆਪਣੇ ਅੰਦਰ ਆਬਜ਼ਰਵ ਕਰ ਲੈਂਦਾ ਹੈ। ਲੇਟਰ ਇਹਦੇ ਉੱਪਰ ਇੱਕ ਫੈਨ ਜਿਹੜਾ ਹੈ, ਫੈਨ ਲਗਾ ਦਿੱਤਾ ਜਾਂਦਾ ਹੈ। ਉਹ ਕੀ ਕਰਦਾ ਹੈ ਕਿ ਉਸ ਜਿਹੜੀ ਹੀਟ ਨੂੰ ਹੈ ਉਹ ਸਾਰੀ ਨੂੰ ਬਾਹਰ ਕੱਢ ਦਿੰਦਾ ਹੈ। ਸੋ ਵਾਂਸ ਜਦੋਂ ਤੁਸੀਂ ਇਹਨੂੰ ਅਨਸਕਰਿਊ ਕਰ ਲਿਆ, ਫਿਰ ਆਪਾਂ ਇਹਨੂੰ ਅਨਪਲੱਗਡ ਕਰਕੇ ਇਹਨੂੰ ਉਤਾਰ ਕੇ ਸਾਈਡ ਤੇ ਰੱਖ ਦਾਂਗੇ। ਸੋ ਦਿਸ ਵਨ ਇਜ਼ ਅ ਹੀਟ ਸਿੰਕ ਵਿਚ ਡਿਸੀਪੇਟਸ ਦਾ ਹੀਟ। ਇਹ ਵੈਸੇ ਵੀ ਇਹਦੇ ਵਿੱਚ ਵੀ ਪ੍ਰੋਸੈਸਰ ਔਰ ਇਹਦੇ ਸਰਫੇਸ ਦੇ ਵਿੱਚ ਦੋਨਾਂ ਦੇ ਵਿੱਚ ਇੱਕ ਜੈਲ ਵਗੈਰਾ ਕਰੀਮ ਵੀ ਲਗਾਈ ਜਾਂਦੀ ਹੈ ਜਿਹੜੀ ਕਿ ਇਹਨੂੰ ਕੂਲ ਰੱਖਦੀ ਹੈ, ਇਹਦੇ ਟੈਂਪਰੇਚਰ ਨੂੰ ਹੀਟ ਨਹੀਂ ਹੋਣ ਦਿੰਦੀ। ਔਰ ਇਸ ਪ੍ਰੋਸੈਸਰ ਦੇ ਅਰਾਊਂਡ ਇੱਕ ਲੌਕ ਲੱਗਾ ਹੁੰਦਾ ਹੈ, ਜਿਸ ਲੌਕ ਨੂੰ ਆਪਾਂ ਬੜੇ ਹੀ ਈਜ਼ੀਲੀ ਪ੍ਰੈਸ ਕਰਕੇ ਆਪਾਂ ਖੋਲ ਸਕਦੇ ਹਾਂ। ਸੋ ਵਾਂਸ ਤੁਸੀਂ ਉਸ ਲੌਕ ਨੂੰ ਖੋਲ ਲੋਗੇ, ਔਰ ਇਹਦੇ ਵਿੱਚੋਂ ਜਿਹੜਾ ਆਪਾਂ ਪ੍ਰੋਸੈਸਰ ਹੈ ਜਿਹਨੂੰ ਕਿ ਸੈਂਟਰਲ ਪ੍ਰੋਸੈਸ ਯੂਨਿਟ ਕਿਹਾ ਜਾਂਦਾ ਹੈ, ਔਰ ਇਹ ਜਿਹੜਾ ਪ੍ਰੋਸੈਸਰ ਹੈ, ਹਰੇਕ ਪ੍ਰੋਸੈਸਰ ਇਹ ਪਿਨਲੈਸ ਪ੍ਰੋਸੈਸਰ ਹੈ। ਪਹਿਲਾਂ ਜਿਹੜੇ ਪੈਂਟੀਅਮ ਆਉਂਦੇ ਸੀ ਪ੍ਰੋਸੈਸਰ ਵਿੱਚ ਬਹੁਤ ਤਰ੍ਹਾਂ ਦੇ ਪ੍ਰੋਸੈਸਰ ਆਉਂਦੇ ਨੇ, ਡਿਫਰੈਂਟ ਟਾਈਪ ਦੇ, ਬਟ ਦਾ ਮੇਨ ਥਿੰਗ ਦਿਸ ਵਨ ਇਜ਼ ਅ ਸੌਕਟ, ਜਿਹਦੇ ਅੰਦਰ ਤੁਹਾਡਾ ਇਹ CPU ਜਿਹੜਾ ਹੈ ਆਪਾਂ ਪਲੇਸ ਕਰਦੇ ਹਾਂ, ਔਰ ਇਹਦੇ ਨਾਲ ਹੀ ਸਾਰੀਆਂ ਜਿੰਨੀਆਂ ਵੀ ਉਹਦੇ ਵਿੱਚ ਅਰਿਥਮੈਟਿਕਲ ਲੌਜੀਕਲ ਆਪਰੇਸ਼ਨ ਜਾਂ ਜਿੰਨੇ ਵੀ कैलकुलेशंस है, जो भी इंस्ट्रक्शंस कमांड वट एवर यू गिव्स टू इट, जो भी मैमरी के थ्रू इनू या इहदे थ्रू मैमरीज नू जाते हैं, वो सारा एक सिंगल CPU करता है। CPU भी डिफरेंट काइंड ऑफ साडे को CPU आते हैं। पहला साडे को इंटल पेंटियम 4 आते सी, फिर डुअल कोर आ गए, फिर i3 आ गए, फिर i5 आ गए, अज का लेटेस्ट जिहड़ा है i7 चल रहा है। फरदर उन्हां दियां भी काफ़ी सारियां जनरेशनस आ गई। सो दिस वन इज द सॉकेट इनबिल्ड हुंदी है, मदरबोर्ड दे विच ही लगी हुंदी है, जिहदे विच आपां इस CPU नू प्लेस करते हाँ। और यू विल सी कि इहदे विच भी एक नोच लगी हुंदी है साइड ते, जिस नाल की पता लगता है कि वो सॉकेट जिहड़ा है अंदर, सॉकेट दे अंदर भी एक नोच लगी हुंदी है, वो दोनों नू सेम उसे एंगल दे विच ही जाके प्लेस हुंदा है। ये किसी भी डायरैक्शन दे होर दे विच नहीं लगदा। उस नोक राही, नोच दे राही ਤੁਸੀਂ ਉਹਨੂੰ ਆਇਡੈਂਟੀਫਾਈ ਕਰ ਸਕਦੇ ਹੋ ਕਿ ਆਪਾਂ ਆਪਣੇ ਪ੍ਰੋਸੈਸਰ ਨੂੰ ਇਹਦੇ ਵਿੱਚ ਕਿੱਦਾਂ ਪਲੇਸ ਕਰਨਾ ਹੈ। ਸੋ ਦ ਨੈਕਸਟ ਇਜ਼, ਇਹ ਤਾਂ ਹੋ ਗਿਆ ਸਾਡੇ ਪ੍ਰੋਸੈਸਰ ਦੀ ਸੌਕਟ। ਦੈਨ ਕਮਸ ਟੂ ਦ ਰੈਮ ਸਲੋਟ। ਥੀਸ ਆਰ ਆਲ ਕਾਲਡ ਦ ਰੈਮ ਸਲੋਟ। ਰੈਮ ਸਲੋਟ ਜਿਹੜੇ ਵੀ ਤੁਹਾਡੇ ਪਰਮਾਨੈਂਟ ਤਾਂ ਨਹੀਂ ਕਹਿ ਸਕਦੇ, ਜਿਹੜੇ ਵੀ ਤੁਹਾਡੀ ਟੈਂਪਰੇਰੀ ਰੈਮ ਹੈ, ਜਿਹੜੀ ਮੈਮਰੀਜ਼ ਹੈ, ਉਹਦੇ ਲਈ ਇਹ ਸਲੋਟ ਨੇ। हरेक जिहड़ा मदरबोर्ड्स है उन्होंने विच जिहड़े ने मैमरी स्लॉट डिफरेंट होंदे ने, और हर मदरबोर्ड जिहड़ा है वो डिफरेंट रैम्स नू सपोर्ट करता है। सो इहदे विच अगर ये रैम है, इनू मैं अनप्लग्ड करना है, इनू मैं साइड ते चक के थोड़ा जिहा अनप्लग्ड कर दिता, यू विल सी इहदे विच भी एक नोच है। नोच दे विच भी
एक डिस्टेंस रहिंदा है, वन साइड थोड़ी जी लेंथ ज़्यादा है, वन साइड अनदर है। आई विल शो यू कि हाउ टू यू कैन कैलकुलेट कि तुहानूं किद्दां पता लग सकदा है कि इहदे विच जिहड़ी रैम है वो किद्दां लगनी है। ये स्लॉट्स जिहड़े ने रैम दे जिहड़े स्लॉट्स ने, अगर तुसीं इन्हां विच बहुत ही बरीक नाल देखोगे ध्यान नाल, अदरवाइज अगर तुहाडे कोल कोई जूम लेंस है, मैगनीफायर लेंस है, ਉਹਦੇ ਨਾਲ ਤੁਸੀਂ ਇਹਦੇ ਉੱਤੇ ਦੇਖ ਸਕਦੇ ਹੋ, ਇਹਦੇ ਸੈਂਟਰ ਦੇ ਵਿੱਚ ਜਿੱਥੇ ਇੱਕ ਕੱਟ ਹੁੰਦਾ ਹੈ, ਉਸ ਕੱਟ ਦੇ ਵਿੱਚ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਉੱਥੇ ਕੁਝ ਵੋਲਟੇਜ ਵਗੈਰਾ ਮੈਂਸ਼ਨਸ ਹੁੰਦੀਆਂ ਨੇ। ਅਗਰ ਤਾਂ ਵੋਲਟੇਜ 2.5 ਹੈ, ਇਟ ਮੀਨਸ ਉਹਦੇ ਵਿੱਚ ਜਿਹੜੀ DDR रैम लगती है, DDR1 लगती है। अगर ਇਹਦੇ ਵਿੱਚ 1.8 है, इट मीनस ਇਹਦੇ ਵਿੱਚ DDR2 रैम लगेगी। इफ इट इज 1.5 ਤੇ ਇਹਦੇ ਵਿੱਚ DDR3 रैम लगती है। अगर ये 1.2 है, ਜਿਹੜੀ ਕਿ ਅੱਜਕੱਲ DDR4 रैम है, ਉਹ ਇਹਦੇ ਵਿੱਚ लगती है। स्लॉट्स ਦੇ ਵਿੱਚ, स्लॉट्स ਦੇ ਵਿੱਚ रैम लगानी है, ਤੁਸੀਂ रैम ਦੀ ਵੀ ਨੋਚ ਤੋਂ ਪਹਿਚਾਨ ਸਕਦੇ ਹੋ, ਇੱਕ ਸਾਈਡ ਤੇ ਲੈਂਥ ਜ਼ਿਆਦਾ ਹੈ, ਇੱਕ ਸਾਈਡ ਤੇ ਘੱਟ ਹੈ, ਸੋ ਯੂ ਕੈਨ ਈਜ਼ੀਲੀ ਪਲੱਗ ਇਨਟੂ दैट। ਇਹ ਸਾਰੇ ਜਿਹੜੇ ਬਲੂ ਵਾਲੇ ਨੇ ਕਲਰਸ, that can be anything, but the thing is कि तुसी उन्होंने पहचान करना है, ये साइड से नोच लगियां हुई ने जो रैम नूं आपां देखना है। The next one is ATX पावर सप्लाई। ATX जिहड़ी पावर सप्लाई है, जिहड़ी साडी SMPS हुंदी है, ਉਹਦੀ ਜਿਹੜੀ ਮੇਨ ਸਪਲਾਈ ਦਾ ਜਿਹੜਾ ਕਨੈਕਟਰ ਹੁੰਦਾ ਹੈ, ਉਹ ਆਪਾਂ ਇਸ ATX ਪਾਵਰ ਸਪਲਾਈ ਦੇ ਵਿੱਚ ਲਗਾਉਂਦੇ ਹਾਂ। ਹਰੇਕ ਚੀਜ਼ ਦੇ ਵਿੱਚ ਯੂ ਵਿਲ ਸੀ ਕਿ ਇੱਥੇ ਵੀ ਇੱਕ ਸਾਈਡ ਤੇ ਨੋਚ ਬਣੀ ਹੋਏਗੀ, ਇੱਕ ਸਾਈਡ ਤੋਂ ਥੋੜਾ ਜਿਹਾ ਕਰਵ ਹੋਏਗਾ। मेरे कहने का मतलब ये है कि तुसी किसी भी कंपोनेंट्स या किसी भी पावर सप्लाई के कनैक्टर नूं उहदे विच उल्ट नहीं लगा सकते। सो ये मोस्ट प्रॉबली तुहानूं 20 या 24 पिन जिहड़ा है ATX पावर सप्लाई का कनैक्टर मिल जाता है, मदरबोर्ड दे विच ही लगा हुंदा है, जिहड़ा कि सारे मदरबोर्ड्स नूं फर्दर फिर पावर जिहड़ी है वो सप्लाई करता है। दैन नैक्सट आ गया साडा साटा स्लॉट्स। पहला जिहड़े कंप्यूटर्स वगैरह हुंदे सी उहनां विच ID स्लॉट हुंदे सी। दिस इज आल्सो वन काइंड ऑफ कॉल्ड सेम स्लॉट। पहला ID स्लॉट हुंदे सी जिहड़े कि इंटीग्रेटेड ड्राइव इलैक्ट्रॉनिक्स कंपोनेंट्स हुंदे सी, उहदे विच ID ड्राइव जिहड़े 40 to 40 पिन्स हुंदियां सीगियां, ਉਹ ਇਹਦੇ ਵਿੱਚ ਲੱਗ ਜਾਂਦੇ ਹੁੰਦੇ ਸੀਗੇ। ਲੇਕਿਨ ਅੱਜ ਨੋਏਡੇਜ਼ ਅੱਜਕੱਲ ਕੀ ਹੈ, ਇਹ ਜਿਹੜਾ ਮਦਰਬੋਰਡ ਹੈ ਥੋੜਾ ਜਿਹਾ ਲੇਟੈਸਟ ਹੈ, i3 ਹੈ, ਇਹਦੇ ਵਿੱਚ ID ਜਿਹੜਾ ਹੈ ਰਿਪਲੇਸ ਹੋ ਗਿਆ ਹੈ, ਇਹਦੇ ਵਿੱਚ SATA ਦੇ ਨੇ ਸਾਰੇ ਕਨੈਕਟਰ ਲੱਗੇ ਹੋਏ। ਸੋ ਯੂ ਕੈਨ ਸੀ ਇਹਦੇ ਵਿੱਚ 4 SATA ਸਲੋਟ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਹਾਰਡ ਡਿਸਕ, CD-ROM ਕਿਸੇ ਨੂੰ ਵੀ ਕਨੈਕਟ ਕਰ ਸਕਦੇ ਹੋ। ਥੀਸ ਆਰ ਦਾ SATA ports। then next to the this one is the PCI slots, white one। in case अगर कई ਵਾਰ ਕੀ ਹੁੰਦਾ ਹੈ ਤੁਹਾਡੇ ਕੰਪੋਨੈਂਟਸ ਜਿਹੜੇ ਅੰਦਰ ਈਥਰਨੈਟ ਪੋਰਟ ਵਗੈਰਾ ਲੱਗਾ ਹੈ, अगर इन केस वो माल फंक्शनिंग हो जाता है या किते खराब हो जाता है, सो तुहानूं एक एडिशनल PCI स्लॉट्स मिलते हैं, इन विच तुसी अपने जिहड़े कार्ड्स वगैरह ने, PCI कार्ड्स ने जिहड़े वो लगा सकते हो। कोई भी एक्सटर्नल USB, मल्टीपल USB कार्ड अगर तुहानूं चाहिदा है, सो सिंगल PCI स्लॉट दे विच जिहड़े ने वो तुसी इहदे विच कार्ड्स वगैरह अपने लगा के अगे होर फर्दर यूज कर सकते हो। द नैक्सट इज इहदे विच कुछ जिहड़े फ्रंट दे उत्ते ये कनैक्टर्स वगैरह लगे ने, दीज आर यूज्ड फॉर द पावर सप्लाई कनैक्टर, जिहड़े तुहाडे मदरबोर्ड दे फ्रंट ते पावर और रीसैट दे बटन लई है, वो इत्थे सारे कनैक्टर्स वगैरह लगे हुंदे ने। दैन लास्ट वन, दिस वन इज फॉर द US साउंड कनैक्टर, कि अगर तुसी कोई स्पीकर वगैरह लगाना है, वैसे मदरबोर्ड दे उपर हर चीज़ मैंशन हुंदी है, हर चीज़ इन द सेंस कि अगर ये USB दे कनैक्टर ने, USB लिखिया होया है, इन्हां दे विच्चों जिहड़े 2 कनैक्टर ने वो USB ने। अगर कॉम पोर्ट है तो कॉम पोर्ट के भी तुहानूं कनैक्टर इहदे विच नज़र आउणगे, जिहड़े कनैक्टर है तुसीं इहदे विच डायरैक्टली इंसर्ट कर सकते हो। सो उहदे विच भी तुसीं मदरबोर्ड च भी देखोगे मोस्ट प्रोबेबली मैंशन होएगा विच वन इज फॉर द फ्रंट USB, विच वन इज फॉर द बैकएंड USB। सो USB यूनीवर्सल सीरीयल बस, जिहदे नाल आपां अजकल USB ड्राइव्स वगैरह कनैक्ट करदे हां। सो दीज आर दैट पोर्ट्स। सो द नैक्सट वन इज ਇਹਦੇ ਵਿੱਚ 2 ਮੇਨ ਪਾਰਟ ਹੁੰਦੇ ਨੇ, वन इज द नॉर्थ ब्रिज एंड द साउथ ब्रिज। नॉर्थ ब्रिज के उपर मोस्ट प्रोबेबली तुहानूं हीट सिंक मिलेगी। नॉर्थ ब्रिज जिहड़ा मेन तुहाडा डिस्पले दे उत्ते ग्राफिकल इंटरफेस आंदा है, जो तुहानूं डिस्पले हुंदा है, दैट कम्स थ्रू द नॉर्थ ब्रिज। नॉर्थ ब्रिज एक्चुअली कम्युनीकेट करदा है किन्हां दे विचकार, तुहाडे जिहड़े मेन पार्ट ने, CPU हो गया, ਤੁਹਾਡੀਆਂ रैम्स हो गई, ਜਿਹੜੀਆਂ हाई स्पीड के उत्ते काम करदियां ने, वो जिन्ना भी है नॉर्थ ब्रिज के नाल कनैक्शन बनता है, और जिहड़ी हाई स्पीड कम्युनीकेशन हुंदी है
ਉਹ ਉਸ ਨੌਰਥ ਬ੍ਰਿਜ ਦੇ ਥਰੂ ਹੁੰਦੀ ਹੈ। ਅਪਾਰਟ ਫਰੋਮ दैट ਜਿਹੜੇ ਸਲੋ ਡਿਵਾਈਸ ਬੱਸਸ ਹੁੰਦੀਆਂ ਨੇ ਉਹ ਸਾਰੀਆਂ ਤੁਹਾਡੀਆਂ ਸਾਊਥ ਬ੍ਰਿਜ ਦੇ ਥਰੂ, ਦੋ ਕਨੈਕਟਰ ਨੇ, ਦੋ ਹੀ ਮੇਨ ਪਾਰਟ ਨੇ ਜਿਹੜੇ ਕਿ ਇੱਕ ਨੌਰਥ ਬ੍ਰਿਜ ਇੱਕ ਸਾਊਥ ਬ੍ਰਿਜ। ਸਾਊਥ ਬ੍ਰਿਜ ਕੀ ਕਰਦਾ ਹੈ ਕਿ ਤੁਹਾਡੇ ਜਿਹੜੇ ਪੀਸੀ ਦੇ ਜਿੰਨੇ ਪੀਸੀਆਈ ਸਲੋਟ ਨੇ ਜਾਂ ਜਿੰਨੇ ਵੀ ਪੈਰੀਫेरल्स ਨੇ ਇਹਨਾਂ ਦੇ ਵਿੱਚ ਆਪਸ ਵਿੱਚ ਉਹ ਸਾਰਾ ਉਹਨਾਂ ਨੂੰ ਕਮਿਊਨੀਕੇਟ ਕਰਦਾ। ਸੋ ਦਿਸ ਵਨ ਇਜ਼ ਦ ਨੌਰਥ ਬ੍ਰਿਜ ਜਿਹਦੇ ਉੱਪਰ ਹੀਟ ਸਿੰਕ ਲੱਗੀ ਹੁੰਦੀ ਹੈ, ਔਰ ਦਿਸ ਵਨ ਇਜ਼ ਦ ਸਾਊਥ ਬ੍ਰਿਜ। ਦੈਨ ਕਮ ਟੂ ਦ ਨੈਕਸਟ, ਇਹਦੇ ਵਿੱਚ ਕੁਝ ਇੱਥੇ ਇੱਕ ਬੈਟਰੀ ਲੱਗੀ ਹੁੰਦੀ ਹੈ, ਮੋਸਟ ਪ੍ਰੋਬਬਲੀ ਇਹ 3.0 ਵੋਲਟ ਦੀ ਬੈਟਰੀ ਜਿਹੜੀ ਹੈ ਇਹਦੇ ਵਿੱਚ ਲੱਗੀ ਹੁੰਦੀ ਹੈ, ਜਿਹੜੇ ਕਿ ਤੁਹਾਡੇ ਟਾਈਮਸ ਵਗੈਰਾ ਨੂੰ ਅਪਡੇਟ ਕਰਦੀ ਹੈ। ਅਗਰ ਇਹਦੀ ਇੱਕ ਸਾਈਡ ਤੇ ਨੋਚ ਲੱਗੀ ਹੈ, ਅਗਰ ਇਹਨੂੰ ਹਲਕਾ ਜਿਹਾ ਆਪਾਂ ਪ੍ਰੈਸ ਕਰਾਂਗੇ ਯੂ ਵਿਲ ਸੀ ਕਿ ਆਪਾਂ ਉਸ ਬੈਟਰੀ ਨੂੰ ਹੈ ਉਹਨੂੰ ਬਾਹਰ ਵੀ ਕੱਢ ਸਕਦੇ ਹਾਂ। ਸੋ ਇਹਦੇ ਨਾਲ ਹੀ ਬੈਟਰੀ ਜਿਹੜੀ ਹੈ ਇੱਕ ਸਪਲਾਈ ਤੁਹਾਡੇ ਕੰਪਿਊਟਰ ਦੇ ਟਾਈਮਸ ਨੂੰ ਅਪਡੇਟ ਕਰਦੀ ਹੈ। ਬਟ ਦੇ ਨਾਲ ਹੀ ਇਹਦੇ ਵਿੱਚ ਤੁਸੀਂ ਦੇਖੋਗੇ ਇੱਥੇ ਇੱਕ ਕ੍ਰਿਸਟਲ ਵੀ ਲੱਗਾ ਹੁੰਦਾ ਹੈ। ਕ੍ਰਿਸਟਲ ਕੀ ਕਰਦਾ ਹੈ, ਜਿਹੜਾ ਤੁਹਾਡੇ ਕੰਪਿਊਟਰ ਦੇ ਵਿੱਚ ਜਿਹੜਾ ਟਾਈਮ ਹੈ ਜਿਹੜਾ ਦਿਖਾਉਂਦਾ ਹੈ ਉਹ ਦੈਟ ਕਮਸ ਥਰੂ ਦ ਕ੍ਰਿਸਟਲ। ਅਗਰ ਇਹ ਬੈਟਰੀ ਲੋ ਹੋ ਜਾਏ ਤੇ ਕ੍ਰਿਸਟਲ ਨੂੰ ਸਪਲਾਈ ਨਹੀਂ ਜਾਂਦੀ, ਜਿਹਦੇ ਕਰਕੇ ਤੇ ਤੁਹਾਡੇ ਕੰਪਿਊਟਰ ਦਾ ਜਿਹੜਾ ਟਾਈਮ ਹੈ ਉਹ ਪ੍ਰੋਪਰ ਤੁਹਾਨੂੰ ਨਜ਼ਰ ਨਹੀਂ ਆਉਂਦਾ। ਹੋਰ ਵੀ ਮਦਰਬੋਰਡ ਦੇ ਵਿੱਚ ਕੁਝ ਮੇਨ ਚਿਪਸ ਵਗੈਰਾ ਲੱਗੀਆਂ ਹੁੰਦੀਆਂ ਨੇ, ਜਿੱਦਾਂ ਇੱਥੇ ਇੰਟਲ ਦੀ ਚਿਪ ਲੱਗੀ ਹੈ ਜਾਂ ਸਾਊਂਡਸ ਵਗੈਰਾ ਦੀ ਚਿਪ ਲੱਗੀਆਂ ਹੋਈਆਂ ਨੇ। ਇਹ ਸਾਰੀ ਜਿਹੜੀਆਂ ਚਿਪ ਨੇ ਇਹਨਾਂ ਦੇ ਵਿੱਚ ਕੋਈ ਸਾਊਂਡ ਦੀ ਚਿਪ ਲੱਗੀ ਹੈ, ਕੋਈ ਗ੍ਰਾਫਿਕ ਕਾਰਡਸ ਦੇ ਚਿਪ ਲੱਗੇ ਨੇ, ਜਿਹਦੇ ਨਾਲ ਤੁਹਾਨੂੰ ਉਹਦਾ ਇੰਟਰਫੇਸ ਜਿਹੜਾ ਹੈ ਨਜ਼ਰ ਆਉਂਦਾ ਹੈ। then next one is the AGP is accelerated graphic cards। ਜਿਹੜੇ ਲੋਕ ਇੱਕ ਤਾਂ ਨਾਰਮਲ ਯੂਜ਼ਰ ਹੈ ਜਿਨ੍ਹਾਂ ਨੇ ਆਪਣਾ ਆਫਿਸ ਵਰਕ ਜਾਂ ਨਾਰਮਲ ਕਰਨਾ ਹੈ, ਉਹਨਾਂ ਲਈ ਤਾਂ ਨਾਰਮਲ ਜਿਹੜਾ ਇਨਬਿਲਟ ਇੰਟਲ ਦਾ ਗ੍ਰਾਫਿਕ ਕਾਰਡ ਹੈ ਉਹ ਗੁੱਡ ਇਨਫ ਹੈ। ਅਦਰਵਾਈਜ਼ ਜਿਹੜੇ ਲੋਕੀ ਜਾਂ ਜਿਹੜੇ ਲੜਕੇ ਜਾਂ ਕੁਝ ਵੀ ਗੇਮਸ ਵਗੈਰਾ ਨਾ ਗੇਮਸ ਖੇਲਦੇ ਨੇ ਉਹ ਕੀ ਕਰਦੇ ਨੇ ਕਿ ਇਹਦੇ ਵਿੱਚ ਹਾਈ ਗ੍ਰਾਫਿਕ ਕਾਰਡ ਯੂਜ਼ ਕਰਦੇ ਨੇ। ਉਹ ਜਿਹੜਾ ਹਾਈ ਗ੍ਰਾਫਿਕ AGP ਗ੍ਰਾਫਿਕ ਕਾਰਡ ਹੈ ਉਹ AGP ਸਲੋਟ ਦੇ ਵਿੱਚ ਲੱਗਦਾ ਹੈ। ਸੋ ਉਹ ਗ੍ਰਾਫਿਕ ਕਾਰਡਸ ਦੇ ਨਾਲ ਉਹਦੀ ਗ੍ਰਾਫਿਕ ਦੀ ਜਿਹੜੀ ਪਰਫਾਰਮੈਂਸ ਹੈ, ਲੈਗਿੰਗ ਹੈ, ਉਹ ਚੀਜ਼ ਘਟ ਜਾਂਦੀ ਹੈ। ਸੋ ਉਸ ਤੋਂ ਬਾਅਦ ਅਪਾਰਟ ਫਰੋਮ दैट आई थिंक मोस्ट ऑफ इट कवर अप हो गया है। सो ये सी अज दा साडा बेसिक जिहड़ा मदरबोर्ड के पार्ट्स नूं आपां आइडेंटिफाई किद्दां करना है, ते उहदे विच मेन जिहड़े मेजर कंपोनेंट्स ने, PCI स्लॉट्स ने, साडे CPU दी सॉकेट है, साडे पेरीफेरल पोर्ट्स ने, या रैम दे स्लॉट ने, या ATX स्लॉट है, या कोई SATA स्लॉट है, या बैटरी है। सो ये सारा उहदे बारे सीगा। थैंक यू जी।